ਜਿਹੜੇ ਬੱਚੇ +2 ਤੋਂ ਬਾਅਦ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਆਇਲਸ ਕਰਨਾ ਸਟਾਰਟ ਕਰਦੇ ਆ ਤੇ ਬਾਹਰ ਜਾਣ ਦਾ ਸੁਪਨਾ ਸਜਾਉਂਦੇ ਆ। ਜਦੋਂ ਪਹਿਲਾਂ ਮੈਂ 15 ਦਿਨ ਲਗਾਏ ਉਦੋਂ ਦਿਮਾਗ ਵਿੱਚ ਇਹ ਕੁਐਸਚਨ ਹੁੰਦਾ ਸੀ, ਯਾਰ ਮੇਰੇ ਘਰੇ ਕੋਈ ਬੰਦਾ ਇਦਾਂ ਦਾ ਨਹੀਂ ਹੈਗਾ ਜਿਹੜਾ ਸਪੀਕਿੰਗ ਮੇਰੇ ਨਾਲ ਕਰ ਸਕੇ। ਤੇ ਸਾਡੇ ਮੇਰੇ ਨਾਲ ਦਿਆਂ ਦੇ ਤੇ ਮੇਰੇ 6 ਬੈਂਡ ਤੋਂ ਕਦੀ ਵਧੇ ਨਹੀਂ ਪਹਿਲੇ 15 ਦਿਨਾਂ ਦੇ ਵਿੱਚ। ਇਹ ਸਾਰੀ ਕਹਾਣੀ ਤੁਹਾਡੀ ਵੀ ਹੈ। ਮੇਰੇ ਬੈਂਡ 8 ਆਏ ਤੇ ਮੈਂ ਬਹੁਤ ਖੁਸ਼ ਹਾਂ। ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਫੋਬੀਆ ਹੈ ਕਮਿਊਨੀਕੇਸ਼ਨ ਦਾ, ਉਹਨਾਂ ਨੂੰ ਅਸੀਂ ਸਿਖਾ ਸਕੀਏ ਕਿ ਕਿਹੜੇ ਤਰੀਕੇ ਦੇ ਨਾਲ ਤੁਸੀਂ ਆਇਲਸ ਨੂੰ ਕਰੈਕ ਕਰ ਸਕਦੇ ਹੋ। ਆਇਲਟ ਇਹ ਵਰਡ ਤਾਂ ਸਾਰਿਆਂ ਨੇ ਸੁਣਿਆ ਹੋਣਾ, ਪਰ ਇਹਨੂੰ ਆਇਲਟ ਕਹਿੰਦੇ ਕਿ ਆਇਲਸ ਕਹਿੰਦੇ ਆ? ਇਹਨੂੰ ਆਇਲਸ ਕਹਿੰਦੇ ਆ। ਪਰ ਆਇਲਸ ਤਾਂ ਇਹਨੂੰ ਕਹਿੰਦੇ ਆ, ਪਰ ਸਾਨੂੰ ਦੱਸਣ ਵਾਲਾ ਕੌਣ ਆ, ਸਾਨੂੰ ਸਿਖਾਉਣ ਵਾਲਾ ਕੌਣ ਆ? ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਯੋਗੇਸ਼ ਮਦਾਨ। ਮੈਂ ਤੇ ਮੇਰੀ ਟੀਮ ਸਾਰੇ ਜਾਣੇ ਇੱਕ ਆਇਲਸ ਇੰਸਟੀਟਿਊਸ਼ਨ ਐਲੀਵੇਸ਼ਨ ਦੀ ਚੇਨ ਨੂੰ ਰਨ ਕਰਦੇ ਹਾਂ। ਸਾਰੇ ਪੰਜਾਬ ਦੇ ਸਾਡੇ ਇੰਸਟੀਟਿਊਸ਼ਨ ਨੇ ਤੇ ਸਾਡੀ ਸਾਰੀ ਟੀਮ ਦਾ ਇਹ ਮੋਟੋ ਆ ਕਿ ਅਸੀਂ ਉਹਨਾਂ ਬੱਚਿਆਂ ਨੂੰ ਇਹ ਚੀਜ਼ ਦੱਸ ਸਕੀਏ ਕਿ ਆਇਲਟ ਨੂੰ ਆਇਲਸ ਕਹਿੰਦੇ ਆ। ਇਹਦਾ ਮਤਲਬ ਕਿ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੂੰ ਫੋਬੀਆ ਹੈ ਕਮਿਊਨੀਕੇਸ਼ਨ ਦਾ, ਉਹਨਾਂ ਨੂੰ ਅਸੀਂ ਸਿਖਾ ਸਕੀਏ ਕਿ ਕਿਹੜੇ ਤਰੀਕੇ ਦੇ ਨਾਲ ਤੁਸੀਂ ਆਇਲਸ ਨੂੰ ਕਰੈਕ ਕਰ ਸਕਦੇ ਹੋ। ਇਹ ਮੇਰੀ ਆਪਣੀ ਕਹਾਣੀ ਆ ਤੇ ਉਹਨਾਂ ਲੱਖਾਂ ਸਟੂਡੈਂਟਸ ਦੀ ਕਹਾਣੀ ਆ ਜਿਹੜੇ ਬੱਚੇ +2 ਤੋਂ ਬਾਅਦ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਆਇਲਸ ਕਰਨਾ ਸਟਾਰਟ ਕਰਦੇ ਆ ਤੇ ਬਾਹਰ ਜਾਣ ਦਾ ਸੁਪਨਾ ਸਜਾਉਂਦੇ ਆ। ਮੈਂ ਹਜ਼ਾਰਾਂ ਸਟੂਡੈਂਟਸ ਨੂੰ ਮਿਲ ਚੁੱਕਿਆ ਤੇ ਡੇਲੀ ਬੇਸਿਸ ਦੇ ਉੱਤੇ ਕਾਫੀ ਸਟੂਡੈਂਟਸ ਨੂੰ ਮਿਲਦਾ ਹਾਂ। ਸਟਾਰਟ ਕਰਦੇ ਹਾਂ ਪਹਿਲੇ ਦਿਨ ਤੋਂ। ਉਹ ਪਹਿਲਾ ਦਿਨ ਜਦੋਂ ਮੈਂ ਆਇਲਸ ਕਰਨੀ ਸਟਾਰਟ ਕੀਤੀ ਤੇ ਉਹ ਪਹਿਲਾ ਦਿਨ ਜਦੋਂ ਤੁਸੀਂ ਸਾਰੇ ਆਪਣੀ ਆਇਲਸ ਸਟਾਰਟ ਕਰਨਾ ਕੀਤੀ ਹੋਗੀ ਤੁਸੀਂ ਆਪਣੇ ਸਾਰਿਆਂ ਨੇ। ਪਹਿਲੇ ਦਿਨ ਕਲਾਸ ਅਸੀਂ ਬੈਠੇ, ਮੈਂ ਬੈਠਾ, ਸਾਰੇ ਬੈਠੇ, ਸਾਰੇ ਸਪੀਕਿੰਗ ਕਰ ਰਹੇ ਆ ਕਿਉਂਕਿ ਉਹਨਾਂ ਨੂੰ 1 ਮਹੀਨਾ ਹੋ ਚੁੱਕਾ ਹੈ, 2 ਮਹੀਨੇ ਹੋ ਚੁੱਕੇ ਆ ਤੇ ਇੱਕ ਵਧੀਆ ਪਰਿਵਾਰਾਂ ਦੇ ਵਿੱਚੋਂ ਆ ਜਿਹੜੇ ਪਰਿਵਾਰਾਂ ਦੇ ਵਿੱਚ ਇੰਗਲਿਸ਼ ਬੋਲੀ ਜਾਂਦੀ ਆ। ਮੈਂ ਉਸ ਪਰਿਵਾਰ ਦੇ ਵਿੱਚੋਂ ਜਿਹਦੇ ਵਿੱਚ ਨਾ ਤਾਂ ਕੋਈ ਇੰਗਲਿਸ਼ ਬੋਲਦਾ ਤੇ ਨਾ ਹੀ ਮੈਂ ਕਦੀ ਆਪਣੇ ਬਚਪਨ ਤੋਂ ਇੰਗਲਿਸ਼ ਬੋਲੀ ਕੀ ਡਰ ਲੱਗਦਾ ਸੀ ਜਦੋਂ ਇੰਗਲਿਸ਼ ਬੋਲਣੀ ਹੁੰਦੀ ਸੀ। ਈਵਨ ਮੈਂ ਹਿੰਦੀ ਨੂੰ ਨਹੀਂ ਬੋਲ ਪਾਉਂਦਾ ਸੀ। ਪੰਜਾਬੀ ਤਾਂ ਆਪਣੀ ਭਾਸ਼ਾ ਹੁੰਦੀ, ਸਾਡੀ ਆਪਣੀ ਮਦਰ ਟੰਗ ਲੈਂਗੁਏਜ ਹੁੰਦੀ ਹੈ, ਉਹ ਬੋਲਦੇ ਆ। ਤਾਂ ਮੈਂ ਬੈਠਾ, ਸਾਰੇ ਬੋਲ ਰਹੇ, ਕੁਐਸਚਨਿੰਗ ਕਰ ਰਹੇ, ਕਿਊ ਕਾਰਡ ਬੋਲ ਰਹੇ, ਫੋਲੋਅਪਸ ਬੋਲ ਰਹੇ, ਪਰ ਮੈਂ ਸੋਚ ਰਿਹਾ, ਡਰ ਰਿਹਾ ਤੇ ਮੈਂ ਆਪਣੇ ਆਪ ਦੇ ਅੰਦਰ ਇਹ ਹੋ ਰਿਹਾ, ਮੈਡਮ ਮੇਰੇ ਤੋਂ ਕੁਐਸਚਨ ਨਾ ਪੁੱਛ ਸਕੇ, ਮੈਡਮ ਮੇਰੇ ਤੋਂ ਕੋਈ ਕਿਤੇ ਕੁਐਸਚਨ ਨਾ ਪੁੱਛ ਲਵੇ, ਮੇਰਾ ਨਾਮ ਨਾ ਲੈ ਲਵੇ। ਰੀਡਿੰਗ ਆਈ, ਰੀਡਿੰਗ ਮੈਂ ਕੀਤੀ, ਕਿਸੇ ਨੇ ਕੁਝ ਨਹੀਂ ਦੱਸਿਆ, ਜਿੱਦਾਂ ਦਾ ਮੈਨੂੰ ਆਈ ਮੈਂ ਰੀਡਿੰਗ ਕੀਤੀ, 10 ਕੁਐਸਚਨ ਸਹੀ ਹੋਏ। ਟੀਚਰ ਨੇ ਮੈਨੂੰ ਦੱਸਿਆ ਕਿ ਤੇਰੇ ਕਿਉਂ ਗਲਤ ਹੋਏ, ਬਟ ਮੇਰੇ ਕੋਈ ਖਾਨੇ ਨਹੀਂ ਪਈ ਕਿਉਂਕਿ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਜਿਹੜੇ ਬਾਕੀ ਗਲਤ ਹੋਏ ਉਹ ਕਿੱਦਾਂ ਗਲਤ ਹੋਏ। ਲਿਸਨਿੰਗ ਕੀਤੀ, ਕੁਝ ਸਮਝ ਨਹੀਂ ਲੱਗੀ। ਰਾਈਟਿੰਗ ਥੋੜੀ ਬਹੁਤੀ ਜਿੰਨੀ ਆਉਂਦੀ ਸੀ ਲਿਖ ਦਿੱਤੀ, ਬਟ ਐਵੇਂ ਘਰ ਆ ਗਏ। ਪਹਿਲਾ ਦਿਨ ਗਿਆ, ਦੂਜਾ ਦਿਨ ਗਿਆ, ਹਫਤਾ ਹੋਇਆ, 10 ਦਿਨ ਹੋਏ, 15 ਦਿਨਾਂ ਦੇ ਬਾਅਦ ਚੋਂ ਮੌਕ ਟੈਸਟ ਹੋਇਆ ਤੇ ਬੈਂਡ ਆਏ 5। ਸੋਚਿਆ ਕਿ ਯੋਗੇਸ਼ ਇੱਦਾਂ ਨਹੀਂ ਹੋਣੀ ਆਇਲਸ। ਘਰਦਿਆਂ ਤੋਂ ਇੰਨੇ ਜ਼ਿਆਦਾ ਪੈਸੇ ਨਹੀਂ ਹੈਗੇ, ਬਾਕੀਆਂ ਦੇ ਕੋਲੋਂ ਤਾਂ ਪੈਸੇ ਹੈਗੇ ਆ, ਉਹਨਾਂ ਨੇ ਤਾਂ 2 ਵਾਰ ਆਇਲਸ ਕਰਵਾ ਲੈਣੀ, ਉਹਨਾਂ ਨੇ ਤਾਂ 3-4 ਮਹੀਨੇ ਆਇਲਸ ਕਰਵਾ ਲੈਣੀ, ਬਟ ਤੇਰੀ ਜੇਬ ਤੰਗ ਆ, ਤੇਰੇ ਤੋਂ ਨਹੀਂ ਪੈਸੇ ਹੋਣੇ, ਇਸ ਕਰਕੇ ਕੁਝ ਸੋਚ। ਉੱਥੋਂ ਮੇਰੀ ਜਰਨੀ ਸਟਾਰਟ ਹੋਈ ਤੇ ਤੁਹਾਡੀ ਸਾਰਿਆਂ ਦੀ ਉੱਥੋਂ ਹੀ ਜਰਨੀ ਸਟਾਰਟ ਹੋਣੀ ਆ ਕਿਉਂਕਿ ਕੁਐਸਚਨਿੰਗ ਇਜ਼ ਦਾ ਬਿਗਨਿੰਗ ਆਫ ਇੰਟੈਲੀਜੈਂਸ। ਤੁਹਾਨੂੰ ਆਪਣੇ ਆਪ ਤੋਂ ਕੁਐਸਚਨ ਪੁੱਛਣਾ ਪੈਣਾ ਕਿ ਤੁਸੀਂ ਆਇਲਸ ਕਿਉਂ ਕਰਦੇ ਪਏ ਆ, ਬਾਹਰ ਕਿਉਂ ਜਾਣਾ ਆ ਤੇ ਬਾਹਰ ਜਾ ਕੇ ਕਰਨਾ ਕਿੱਦਾਂ ਆ। ਸਭ ਤੋਂ ਪਹਿਲਾਂ ਚੀਜ਼ ਕਿ ਆਇਲਸ ਹੈ ਕੀ, ਆਇਲਸ ਨੂੰ ਕਰੈਕ ਕਿੱਦਾਂ ਕਰਨਾ। ਮੈਂ ਸੋਚਿਆ ਮੇਰੇ ਤੋਂ ਤਾਂ ਬਸ 2 ਮਹੀਨੇ ਆ ਤੇ ਮੈਂ ਸਿੱਖਣੀ ਇੰਗਲਿਸ਼ ਆ, ਇਹ ਕਿੱਦਾਂ ਪੋਸੀਬਲ ਹੋਇਆ। ਮੈਂ ਦੇਖਿਆ, ਸਟਾਰਟਿੰਗ ਕੀਤੀ ਸਪੀਕਿੰਗ ਤੋਂ। ਪਹਿਲੇ 10 ਦਿਨ ਤੁਹਾਡੇ ਸਾਰਿਆਂ ਲਈ ਵੀ ਇਹ ਟਿਪ ਆ, ਬਹੁਤ ਜ਼ਿਆਦਾ ਵਧੀਆ ਟਿਪ ਆ। ਪਹਿਲੇ 10 ਦਿਨ ਮੈਂ ਜਦੋਂ ਪਹਿਲਾਂ ਮੈਂ 15 ਦਿਨ ਲਗਾਏ ਉਦੋਂ ਦਿਮਾਗ ਵਿੱਚ ਇਹ ਕੁਐਸਚਨ ਹੁੰਦਾ ਸੀ, ਯਾਰ ਮੇਰੇ ਘਰੇ ਕੋਈ ਬੰਦਾ ਇੱਦਾਂ ਦਾ ਨਹੀਂ ਹੈਗਾ ਜਿਹੜਾ ਸਪੀਕਿੰਗ ਮੇਰੇ ਨਾਲ ਕਰ ਸਕੇ। ਮੈਂ 15 ਦਿਨਾਂ ਤੋਂ ਬਾਅਦ 'ਚ ਸੋਚਿਆ ਕਿ ਕੋਈ ਨਹੀਂ ਹੈਗਾ ਨਾ ਸਹੀ, ਸਪੀਕਿੰਗ ਕਰਨੀ ਆ ਜਾਂ ਇੰਪਰੂਵਮੈਂਟ ਕਰਨੀ ਆ ਜਾਂ ਲਾਈਫ 'ਚ ਜਿੱਤ ਹਾਸਲ ਕਰਨੀ ਆ ਤਾਂ ਤੂੰ ਹੀ ਆ ਜਿਹੜਾ ਤੈਨੂੰ ਆਪਣੇ ਆਪ ਨੂੰ ਸਕਸੈਸ ਕਰ ਸਕਦਾ ਹੈਗਾ। ਤਾਂ ਮੈਂ ਆਪਣੇ ਆਪ ਨਾਲ ਕੁਐਸਚਨ ਬੋਲਣੇ ਸਟਾਰਟ ਕੀਤੇ। ਮੈਂ ਕੁਝ ਨਹੀਂ ਸਿੱਖਿਆ, ਕੋਈ ਗ੍ਰਾਮਰ ਦੀ ਟੈਨਸ਼ਨ ਨਹੀਂ ਲਿੱਤੀ, ਕੋਈ ਕੁਝ ਨਹੀਂ ਕੀਤਾ। ਮੈਂ ਸਟਾਰਟਿੰਗ ਕੀਤਾ ਕਿ ਮੈਂ ਇੰਗਲਿਸ਼ ਸਿੱਖਣੀ ਨਹੀਂ, ਇੰਗਲਿਸ਼ ਨੂੰ ਐਕਸਪ੍ਰੈਸ ਕਰਨਾ, ਲੋਕਾਂ ਨੂੰ ਇਨਫਲੂਐਂਸ ਕਰਨਾ ਕਿ ਮੈਨੂੰ ਇੰਗਲਿਸ਼ ਆਉਂਦੀ ਆ। ਮੈਂ ਸਭ ਤੋਂ ਪਹਿਲਾਂ ਫਲੂਐਂਸੀ ਦੇ ਉੱਤੇ ਜ਼ੋਰ ਦਿੱਤਾ। ਮੈਂ ਆਪਣੇ ਆਪ ਤੋਂ ਕੁਐਸਚਨ ਪੁੱਛਦਾ, ਮੈਂ ਆਪਣੇ ਆਪ ਨੂੰ ਹੀ ਆਨਸਰ ਦਿੰਦਾ। ਘਰ ਦੇ ਵਿੱਚ ਬੈਠੇ 2-2 ਵਜੇ ਰਾਤ ਨੂੰ ਬੈਠੇ ਕੁਐਸਚਨ ਪੁੱਛਦਾ, ਕਿਸੇ ਵੀ ਚੀਜ਼ ਨੂੰ ਦੇਖਦਾ, ਫੈਨ ਨੂੰ ਦੇਖਦਾ, ਕਿਸੇ ਮੋਟਰ ਨੂੰ ਦੇਖਦਾ, ਕਿਸੇ ਵੀ ਚੀਜ਼ ਨੂੰ ਦੇਖਦਾ, ਉਹਦੇ ਬਾਰੇ ਬੋਲਣਾ ਸਟਾਰਟ ਕੀਤਾ। ਮੈਨੂੰ ਹੌਲੀ ਹੌਲੀ ਵਰਡਸ ਆਉਣੇ ਸਟਾਰਟ ਹੋਏ, ਮੇਰਾ ਹੌਲੀ ਹੌਲੀ ਝਾਕਾ ਉੱਡਣਾ ਸਟਾਰਟ ਹੋਇਆ। ਉਹ ਕਿਉਂ ਹੋਇਆ? ਕਿਉਂਕਿ ਜਦੋਂ ਮੈਂ ਇੱਕ ਕੁਐਸਚਨ ਨੂੰ ਬੋਲਦਾ ਮੈਂ ਉਹ 5-7 ਵਾਰ ਸੇਮ ਕੁਐਸਚਨ ਨੂੰ ਬੋਲ ਦਿੰਦਾ ਐਂਡ ਉਹੀ ਕੁਐਸਚਨ ਮੇਰਾ ਆ ਕੇ ਇੰਸਟੀਟਿਊਸ਼ਨ ਦੇ ਵਿੱਚ ਪੁੱਛਿਆ ਜਾਂਦਾ ਤੇ ਮੈਂ ਇੱਕ ਫਲੂਐਂਟਲੀ ਬੋਲਦਾ।
ਮੈਨੂੰ ਕੌਨਫੀਡੈਂਟ ਆਉਣਾ ਸਟਾਰਟ ਹੋ ਗਿਆ, ਕੌਨਫੀਡੈਂਸ ਮੇਰਾ ਬਹੁਤ ਇੰਪਰੂਵ ਹੋ ਗਿਆ ਕਿ ਮੈਂ ਬੋਲ ਪਾ ਰਿਹਾ। ਤੇ ਮੈਂ ਫਿਰ ਕੀ ਕੀਤਾ, ਮੈਂ ਦੇਖਿਆ ਕਿ ਐਕਸਪ੍ਰੈਸ਼ਨਸ ਕੀ ਹੁੰਦੇ ਨੇ। ਮੈਂ ਹਰ ਇੱਕ ਕੁਐਸਚਨ ਦੇ ਸਟਾਰਟਿੰਗ 'ਚ ਐਕਸਪ੍ਰੈਸ਼ਨ ਲਾਣਾ ਸਟਾਰਟ ਕੀਤਾ ਕਿ ਯੈਸ, ਵੈਲ, ਡੈਫੀਨੇਟਲੀ, ਜਾਂ ਸਰਟੇਨਲੀ, ਜਾਂ ਆਫਕੋਰਸ। ਇਹ ਮੈਂ 10 ਕੁ ਰੈਡੀ ਕੀਤੇ, ਮੈਨੂੰ 10 ਤੋਂ ਜ਼ਿਆਦਾ ਨਹੀਂ ਆਉਂਦੇ ਸੀ। ਪਰ ਸਪੀਕਿੰਗ 'ਚ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੇ ਜਨਰਲ ਕੁਐਸਚਨਸ ਹੁੰਦੇ ਆ ਉਹ 10-12 ਹੀ ਪੁੱਛੇ ਜਾਂਦੇ ਆ, ਰਾਈਟ। ਉਸ ਤੋਂ ਬਾਅਦ ਵਿੱਚ ਮੈਂ ਕੁਐਸਚਨ ਕੀਤਾ ਕਿ ਇਹਦੇ ਵਿੱਚ ਮੈਂ ਕੰਜੰਕਸ਼ਨਸ ਨੂੰ ਐਡ ਕਰਾਂ। ਮੈਂ ਐਜ਼ ਐਡ ਕੀਤਾ, ਬਿਕੋਜ਼ ਐਡ ਕੀਤਾ, ਸਿੰਸ ਐਡ ਕੀਤੀ। ਫਿਰ ਮੈਂ ਦੇਖਿਆ ਕਿ ਸੈਂਟੈਂਸ ਜਿਹੜਾ ਹੁੰਦਾ ਆ ਇਹਨੂੰ ਕੰਪਲੈਕਸ ਕਿੱਦਾਂ ਬਣਾਇਆ ਜਾ ਸਕਦਾ। ਮੈਂ ਕੋਸ਼ਿਸ਼ ਕੀਤੀ, ਮੈਂ ਕੰਪਲੈਕਸ ਸਟਰਕਚਰ ਰੈਡੀ ਕੀਤਾ। ਮੈਂ ਹਰ ਟਾਈਪ ਦਾ ਕੁਐਸਚਨ ਨੂੰ ਉਸ ਕੰਪਲੈਕਸ ਸਟਰਕਚਰ 'ਚ ਪਾ ਦਿੰਦਾ ਤੇ ਮੈਂ ਉਸ ਕੰਪਲੈਕਸ ਸਟਰਕਚਰ ਨੂੰ ਯੂਜ਼ ਕਰਦਾ। ਮੈਡਮਾਂ ਮੇਰੀਆਂ ਦੇਖਣ ਕਿ ਬੱਚੇ ਨੂੰ ਤਾਂ ਗ੍ਰਾਮਰ ਪਹਿਲਾਂ ਆਂਦੀ ਨਹੀਂ ਸੀ, 20 ਦਿਨਾਂ ਦੇ ਬਾਅਦ 'ਚੋਂ ਇਹ ਤਾਂ ਗ੍ਰਾਮਰ ਦੇ ਸਟਰਕਚਰ ਬੋਲ ਰਿਹਾ। ਪਰ ਮੈਨੂੰ ਸਟਰਕਚਰ ਉਹੀ ਇੱਕ ਹੀ ਆਉਂਦਾ ਸੀ, ਮੈਨੂੰ ਕੰਜੰਕਸ਼ਨ ਉਹੀ 3 ਹੀ ਆਉਂਦੀਆਂ ਸੀ, ਮੈਨੂੰ ਐਕਸਪ੍ਰੈਸ਼ਨ ਉਹੀ 10 ਆਉਂਦੇ ਸੀ। ਪਰ ਮੈਡਮ ਨੂੰ ਜਾਂ ਕਿਸੇ ਹੋਰ ਬੰਦੇ ਨੂੰ ਨਹੀਂ ਪਤਾ ਸੀ। ਕਿਉਂ? ਕਿਉਂਕਿ ਮੈਂ ਆਪਣੀ ਸਕਸੈਸ ਲਈ ਆਪ ਹੀ ਜ਼ਿੰਮੇਵਾਰ ਸੀ, ਮੈਂ ਆਪਣੀ ਇੰਪਰੂਵਮੈਂਟ ਲਈ ਆਪ ਹੀ ਜ਼ਿੰਮੇਵਾਰ ਸੀ। ਤੇ 1 ਮਹੀਨੇ ਬਾਅਦ 'ਚੋਂ ਮੇਰੇ ਉਹੀ ਮੌਕ ਟੈਸਟ ਦੇ ਵਿੱਚੋਂ 7 ਬੈਂਡ ਦਿੱਤੇ। ਤੇ ਮੈਂ ਸੋਚਿਆ ਜੇ ਮੇਰੇ ਸਪੀਕਿੰਗ 'ਚੋਂ ਇਹ ਇੰਪਰੂਵਮੈਂਟ ਹੋ ਸਕਦੀ ਆ, ਵਾਈ ਨਾਟ ਇਨ ਰੀਡਿੰਗ, ਵਾਈ ਨਾਟ ਇਨ ਲਿਸਨਿੰਗ, ਐਂਡ ਵਾਈ ਨਾਟ ਇਨ ਰਾਈਟਿੰਗ। ਤੋ ਆਈ ਸਟਾਰਟ ਵਿਦ ਰੀਡਿੰਗ। ਪਹਿਲੇ 15 ਦਿਨ ਰੀਡਿੰਗ 'ਚ ਉਹੀ 10, ਉਹੀ 15। ਮੈਡਮ ਨੇ ਸਿਖਾਉਣਾ, ਡਿਸਕਸ਼ਨ ਦੇਣੀ, ਪਰ ਡਿਸਕਸ਼ਨ ਦੇ ਵਿੱਚ ਉਹ ਆਪਣੇ ਥੋਟ ਦੱਸਦੀ। ਉਹ ਇਹ ਦੱਸਦੀ ਮੈਡਮ ਮੇਰੀ ਕਿ ਇੱਦਾਂ, ਇਹਨੂੰ ਇੱਦਾਂ ਕਰਨਾ ਸੀ, ਇਹਨੂੰ ਇੱਦਾਂ ਕਰਨਾ ਸੀ। ਬਟ ਜਦੋਂ ਮੈਂ ਕਰਦਾ ਉਦੋਂ ਤਾਂ ਮੇਰੇ ਥੋਟ ਹੋਣੇ ਸੀ ਨਾ। ਤੋ ਮੈਂ ਕੀ ਕੀਤਾ, ਮੈਂ ਘਰ ਬੈਠਾ ਆਰਾਮ ਦੇ ਨਾਲ ਕੁਐਸਚਨਿੰਗ ਕੀਤੀ ਅਗੇਨ ਕਿ ਰੀਡਿੰਗ ਕੀ ਹੁੰਦੀ ਆ, ਰੀਡਿੰਗ ਨੂੰ ਕਰਨਾ ਕਿੱਦਾਂ ਆ। ਮੈਂ ਰੀਡਿੰਗ ਦੇ ਆਨਸਰਸ ਲਿਖ ਲਏ, ਸਾਰੇ ਆਨਸਰਸ ਲਿਖ ਲਏ। ਤੇ ਮੈਂ ਦੇਖਿਆ ਕਿ ਐਜ਼ ਅ ਐਗਜ਼ਾਮੀਨਰ ਆ ਰੀਡਿੰਗ ਬਣੀ ਕਿੱਦਾਂ, ਆ ਕੁਐਸਚਨ ਆਇਆ ਕਿੱਦਾਂ। ਅਗਰ ਮੈਂ ਇਹ ਕੁਐਸਚਨ ਨੂੰ ਇੱਥੇ ਲੱਭ ਰਿਹਾ ਤਾਂ ਇੱਥੇ ਇਹ ਕਿੱਦਾਂ ਆਇਆ। ਮੈਂ ਉਸ ਕੁਐਸਚਨਸ ਨੂੰ ਬਸ ਕੁਐਸਚਨਸ ਦੇ ਨਾਲ ਆਨਸਰਸ ਲੱਭਦਾ ਰਿਹਾ। ਤੇ ਸੈਕਿੰਡ ਚੀਜ਼ ਜਿਹੜੀ ਮੈਂ ਕੀਤੀ, ਜਿਹੜੇ ਮੈਨੂੰ ਰੀਡਿੰਗ 'ਚ ਬੈਂਡ ਦਵਾਏ, ਉਹ ਸੀ ਅੰਡਰਸਟੈਂਡਿੰਗ। ਮੈਂ ਕੁਐਸਚਨਸ ਦੀ ਅੰਡਰਸਟੈਂਡਿੰਗ ਕੀਤੀ ਤੇ ਕੁਐਸਚਨਸ ਦਾ ਇੱਕ ਮੈਂ ਕੁਐਸਚਨ ਕੱਢਿਆ ਕਿ ਇਹ ਕੁਐਸਚਨ ਮੰਗਦਾ ਕੀ ਪਿਆ। ਅਗਰ ਕੁਐਸਚਨ ਇਹ ਆ ਮੰਗਦਾ ਪਿਆ ਤਾਂ ਇਹਦਾ ਮਤਲਬ ਜਿਹੜੀ ਮੈਂ ਪੈਸੇਜ 'ਚ ਪੜ੍ਹਨਾ ਆ, ਇਹਦਾ ਮਤਲਬ ਮੈਂ ਉਹੀ ਪੜ੍ਹਨਾ। ਮਤਲਬ ਜੇ ਉੱਥੇ ਹੂ ਲਿਖਿਆ ਸੀ ਤਾਂ ਮੈਂ ਪੈਸੇਜ ਦੇ 'ਚ ਹੂ ਹੀ ਲੱਭਦਾ ਹੁੰਦਾ ਸੀ। ਜੇ ਵੈਨ ਲਿਖਿਆ ਸੀ ਤਾਂ ਮੈਂ ਵੈਨ ਹੀ ਲੱਭਦਾ ਹੁੰਦਾ ਸੀ, ਮੈਂ ਬਾਕੀ ਚੀਜ਼ਾਂ ਨੂੰ ਛੱਡ ਦਿੰਦਾ ਹੁੰਦਾ ਸੀ। ਮਤਲਬ ਤੁਸੀਂ ਇਹ ਮੰਨ ਕੇ ਚੱਲੋ ਕਿ ਜੇ ਮੈਂ ਰੀਡ ਕਰਦਾ ਸੀ ਬਾਕੀ ਪੈਸੇਜ ਤਾਂ ਮੇਰੇ ਦਿਮਾਗ ਦੇ ਵਿੱਚ, ਮੇਰੀਆਂ ਅੱਖਾਂ ਦੇ ਵਿੱਚ ਕੁਛ ਨਹੀਂ ਸੀ। ਮੇਰੇ ਅੱਖਾਂ ਦੇ ਵਿੱਚ, ਮੇਰੇ ਦਿਮਾਗ 'ਚ ਬਸ ਹੂ ਸੀ ਜਾਂ ਵੈਨ ਸੀ ਜਾਂ ਵਟ ਸੀ। तो मेरे क्वेश्चंस बहुत ज़्यादा इंप्रूव हो गए, बहुत ज़्यादा जल्दी वो सही होने स्टार्ट हो गए। 40 चो 35, 40 चो 36, 40 चो 40 बहुत बार इंप्रूव होए। गल आउंदी है लिसनिंग दी, कहते हुंदे आ लाइट काइट्स विल मोर फ्लाई। किहड़ियां पतंगां हुंदियां ना, जिहड़ियां पतंगां हल्कियां हुंदियां ਉਹੀ ज़्यादा उड़दियां। ਤੇ ਅਸੀਂ ਕਦੀ ਜਿਹੜੀ ਸਾਡੀ ਇੱਕ ਈਜ਼ੀ ਚੀਜ਼ ਹੁੰਦੀ ਨਾ ਉਹਨੂੰ ਅਸੀਂ ਫੋਕਸ ਹੀ ਨਹੀਂ ਕਰੀਦਾ। ਅਸੀਂ ਕਦੀ ਸੌਖੀ ਚੀਜ਼ ਨੂੰ ਦੇਖਦੇ ਨਹੀਂ, ਅਸੀਂ ਔਖੀਆਂ ਨੂੰ ਦੇਖਦੇ ਰਹਿੰਦੇ। ਲਿਸਨਿੰਗ ਸਭ ਤੋਂ ਈਜ਼ੀ ਮੋਡਿਊਲ ਹੁੰਦਾ ਤੇ ਸਾਡੇ ਮੇਰੇ ਨਾਲ ਦਿਆਂ ਦੇ ਤੇ ਮੇਰੇ 6 ਬੈਂਡ ਤੋਂ ਕਦੀ ਵਧੇ ਨਹੀਂ ਪਹਿਲੇ 15 ਦਿਨਾਂ ਦੇ ਵਿੱਚ। ਮੈਂ ਸੋਚਿਆ ਯਾਰ ਲਿਸਨਿੰਗ ਤਾਂ ਇੰਨੀ ਈਜ਼ੀ ਆ, ਕਿਉਂ ਨਹੀਂ 9 ਬੈਂਡ ਲੈ ਕੇ ਆਏ ਵੇ, ਕਿੱਦਾਂ 9 ਬੈਂਡ ਆਉਂਗੇ। ਮੈਂ ਲਿਸਨਿੰਗ ਨੂੰ ਕੰਨ ਤੇ ਲਾਉਣਾ, ਹੈਡਫੋਨਸ ਨੂੰ ਦੇਖਣਾ, ਲਿਸਨਿੰਗਸ ਨੂੰ ਬਸ ਇਹੀ ਦੇਖੀ ਜਾਣਾ ਕਿ ਬੋਲਦੇ ਕੀ ਆ। ਕੋਈ ਆਨਸਰ ਨਹੀਂ ਲਿਖਣੇ ਉੱਥੇ, ਕੋਈ ਮੈਂ ਉੱਥੇ ਮਤਲਬ ਟੈਨਸ਼ਨ ਨਹੀਂ ਲੈਣੀ। ਜਸਟ ਇਹ ਦੇਖਣਾ ਕਿ ਇਹ ਆਨਸਰ ਕਿੱਦਾਂ ਬੋਲਿਆ, ਉਹਨਾਂ ਦੀ ਪ੍ਰੋਨੰਸੀਏਸ਼ਨ ਕੀ ਸੀ, ਇਹਦੇ 'ਚ ਉਹਨਾਂ ਨੇ ਕੀ ਟਿਪਸ ਐਂਡ ਟੈਕਨੀਕਸ ਹੋਈਆਂ, ਉਹਨਾਂ ਨੇ ਕਿੱਦਾਂ ਕਨਫਿਊਜ਼ ਕੀਤਾ ਤੇ ਕਿੱਦਾਂ ਅੰਡਰਸਟੈਂਡਿੰਗ ਹੋਈ। ਮੈਂ ਦੇਖਿਆ ਕਿ ਉਹ ਬਹੁਤ ਜ਼ਿਆਦਾ ਵਾਰ ਤੁਹਾਨੂੰ ਕਨਫਿਊਜ਼ ਕਰਨ ਦੀ ਕੋਸ਼ਿਸ਼ ਕਰਦੇ ਆ। ਤੁਸੀਂ ਮੈਂ ਅੱਗੇ ਦੇਖਦਾ ਹੁੰਦਾ ਸੀ ਕਿ ਫਿਲਿੰਗ ਦਾ ਬਲੈਂਕ ਜਦੋਂ ਖਤਮ ਹੁੰਦੀ ਹੈ ਉਦੋਂ ਹੀ ਆਨਸਰ ਆਊਗਾ, ਬਟ ਉਹ ਆਨਸਰ ਪਹਿਲਾਂ ਬੋਲਦੇ ਸੀ ਤੇ ਬਾਕੀ ਲਾਈਨ ਨੂੰ ਬਾਅਦ 'ਚ ਬੋਲਿਆ ਜਾਂਦਾ ਸੀ। ਜਾਂ ਮੇਰੇ ਕੋਲ ਕੁਐਸਚਨ ਇੱਕ ਹੁੰਦਾ ਸੀ ਪਰ ਉਹ ਲਾਈਨਾਂ 3 ਬੋਲਦੇ ਸੀ। ਇਹਦਾ ਮਤਲਬ ਜਾਂ ਤਾਂ ਆਨਸਰ ਸਟਾਰਟਿੰਗ ਤੇ ਬੋਲ ਦਿੱਤਾ ਜਾਂ ਤਾਂ ਆਨਸਰ ਲਾਸਟ ਤੇ ਬੋਲ ਦਿੱਤਾ। ਬਟ ਅਸੀਂ ਸੁਣਦੇ ਦੇਖੀ ਜਾਂਦੇ ਪਏ ਹਾਂ, ਡਰੀ ਜਾਂਦੇ ਪਏ ਹਾਂ ਕਿ ਆਨਸਰ ਲੰਘ ਤਾਂ ਨਹੀਂ ਗਿਆ ਕਿਤੇ। ਤਾਂ ਮੈਂ ਇੱਦਾਂ ਕਰਨਾ ਸਟਾਰਟ ਕੀਤਾ ਤੇ ਇਹਦੇ ਨਾਲ ਮੇਰੀ ਬਹੁਤ ਇੰਪਰੂਵਮੈਂਟ ਹੋਈ। ਨਾਲ ਦੀ ਨਾਲ ਮੈਂ ਲਿਸਨਿੰਗ ਕਰਦੇ ਕਦੀ ਲਿਸਨਿੰਗ ਨੂੰ ਕਰਦੇ ਉਹਨੂੰ ਬੋਲਣਾ ਸਟਾਰਟ ਕੀਤਾ। ਉਹਦੇ ਨਾਲ ਮੇਰੀ ਸਪੀਕਿੰਗ ਦੀ ਵੀ ਇੰਪਰੂਵਮੈਂਟ ਹੋਈ, ਨਾਲ ਦੀ ਨਾਲ ਮੇਰੀ ਅੰਡਰਸਟੈਂਡਿੰਗ ਦੀ ਵੀ ਇੰਪਰੂਵਮੈਂਟ ਹੋਈ ਤੇ ਨਾਲ ਦੀ ਨਾਲ ਮੇਰੀ ਲਿਸਨਿੰਗ ਵੀ ਇੰਪਰੂਵ ਹੋਈ। ਹੁਣ ਗੱਲ ਕਰਦੇ ਹਾਂ ਚੌਥੇ ਮੋਡਿਊਲ ਦੀ, ਜਿਹੜਾ ਕਿ ਸਭ ਤੋਂ ਔਖਾ ਮੋਡਿਊਲ ਲੱਗਦਾ। ਤੇ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਕਿ ਸਾਡੇ ਇੰਸਟੀਟਿਊਸ਼ਨ ਦੀ ਇੱਕ ਖਾਸੀਅਤ ਆ ਰਾਈਟਿੰਗ 'ਚੋਂ ਸਾਡੇ 87% ਮੋਡਿਊਲਸ ਦੇ ਬੈਂਡਸ ਆ ਜਾਂਦੇ ਹੈਗੇ। ਰਾਈਟਿੰਗ ਦੇ ਵਿੱਚ ਇੱਕ ਸਿੰਪਲ ਚੀਜ਼ ਮੈਂ ਦੇਖੀ ਕਿ ਰਾਈਟਿੰਗ ਦਾ ਮਤਲਬ ਹੈਗਾ ਆ ਕਿ ਤੁਸੀਂ ਕੁਝ ਲਿਖ ਰਹੇ ਹੋ ਤੇ ਤੁਸੀਂ ਕਿਸੇ ਨੂੰ ਦੇ ਰਹੇ ਹੋ। ਕਿਸੇ ਨੂੰ ਜਿਹੜੀ ਚੀਜ਼ ਤੁਸੀਂ ਦੇ ਰਹੇ ਹੋ ਉਹ ਬੋਲਣੀ ਚਾਹੀਦੀ ਆ, ਸੋ ਡੈਟ
ਉਸ ਬੰਦੇ ਨੂੰ ਅੰਡਰਸਟੈਂਡਿੰਗ ਹੋ ਜਾਵੇ ਕਿ ਤੁਸੀਂ ਕੀ ਲਿਖਣਾ ਚਾਹੁੰਦੇ ਹੋ, ਕੀ ਬੋਲਣਾ ਚਾਹੁੰਦੇ ਹੋ। ਮੈਂ ਦੇਖਿਆ ਕਿ ਜਿਹੜਾ ਉੱਥੇ ਇੱਕ ਲਾਈਨ ਲਿਖੀ ਸੀ, ਜਦੋਂ ਮੈਂ ਇੱਕ ਦਿਨ ਪੜ੍ਹਿਆ ਘਰੇ ਬੈਠ ਕੇ, ਉੱਥੇ ਲਿਖਿਆ ਸੀ ਯੂਰ ਐਗਜ਼ਾਮੀਨਰ ਇਜ਼ ਵੈਲ ਐਜੂਕੇਟਡ। ਇਹਦਾ ਮਤਲਬ ਤੁਹਾਡਾ ਐਗਜ਼ਾਮੀਨਰ ਬਹੁਤ ਪੜ੍ਹਿਆ ਲਿਖਿਆ, ਬਟ ਪਰੰਤੂ ਹੀ ਡਜ਼ ਨਾਟ ਨੋ, ਉਹਨੂੰ ਨਹੀਂ ਪਤਾ, ਹੀ ਡਜ਼ ਨਾਟ ਨੋ ਐਨੀਥਿੰਗ ਵਾਟ ਯੂ ਆਰ ਗੋਇੰਗ ਟੂ ਰਾਈਟ, ਤੁਸੀਂ ਕੀ ਲਿਖਣ ਜਾ ਰਹੇ ਹੋ। ਯੂ ਸ਼ੁੱਡ ਰਾਈਟ, ਤੁਹਾਨੂੰ ਲਿਖਣਾ ਚਾਹੀਦਾ ਆ ਫਰੋਮ ਯੂਰ ਥਾਟਸ, ਫਰੋਮ ਯੂਰ ਰੀਅਲ ਐਗਜ਼ਾਮਪਲ ਐਂਡ ਵਿਦ ਫੁੱਲ ਆਫ ਐਗਜ਼ਾਮਪਲਸ। ਤਾਂ ਮੇਰਾ ਖਟਕ ਗਿਆ ਦਿਮਾਗ ਕਿ ਇਹਦੇ 'ਚ ਕੋਈ ਇੱਦਾਂ ਦਾ ਨਹੀਂ ਹੈਗਾ ਕਿ ਬਹੁਤ ਚੀਜ਼ਾਂ ਲਿਖੀ ਚੱਲੋ, ਇਹਦੇ 'ਚ ਇੱਦਾਂ ਨਹੀਂ ਹੈਗਾ ਕਿ ਤੁਸੀਂ ਕੰਪਲੈਕਸਿਟੀ ਲਿਖੋ, ਇਹਦੇ 'ਚ ਇੱਦਾਂ ਨਹੀਂ ਹੈਗਾ ਕਿ ਤੁਸੀਂ ਵੋਕੈਬਲਰੀ ਐਡ ਕਰੋ। ਇਹਦੇ ਇੱਕ ਸਿੰਪਲ ਚੀਜ਼ ਆ ਕਿ ਜੋ ਤੁਸੀਂ ਲਿਖਣ ਜਾ ਰਹੇ ਹੋ ਉਹਨੂੰ ਐਗਜ਼ਾਮੀਨਰ ਸਹੀ ਤਰੀਕੇ ਨਾਲ ਪੜ੍ਹ ਸਕੇ ਅਤੇ ਐਗਜ਼ਾਮੀਨਰ ਨੂੰ ਜਿਹੜਾ ਤੁਹਾਡਾ ਪੁਆਇੰਟ ਆ ਉਹ ਐਲੈਬੋਰੇਸ਼ਨ ਦੇ ਨਾਲ ਮਿਲੇ। ਮੈਂ ਇਹ ਕੀਤਾ, ਮੈਂ ਸਟਰਕਚਰ ਨੂੰ ਦੇਖਿਆ ਕਿ ਇੰਟਰੋਡਕਸ਼ਨ ਹੁੰਦੀ ਆ, ਫਿਰ ਬੋਡੀ ਪੈਰਾਗ੍ਰਾਫ 1 ਹੁੰਦਾ ਹੈਗਾ, ਫਿਰ ਬੋਡੀ ਪੈਰਾਗ੍ਰਾਫ 2 ਹੁੰਦਾ ਹੈਗਾ, ਫਿਰ ਕਨਕਲੂਜਨ ਹੁੰਦਾ, ਐਂਡ ਉਹਦੇ ਵਿੱਚ ਸਾਰਾ ਕੁਝ ਜਿਹੜਾ ਮੇਜਰ ਮੇਰਾ ਹਮੇਸ਼ਾ ਇੱਕ ਏਮ ਰਹਿੰਦਾ ਹੁੰਦਾ ਸੀ, ਉਹ ਰਹਿੰਦਾ ਹੁੰਦਾ ਸੀ ਅੰਡਰਸਟੈਂਡਿੰਗ, ਕਿ ਮੇਰਾ ਐਗਜ਼ਾਮੀਨਰ ਇਸ ਚੀਜ਼ ਨੂੰ ਅੰਡਰਸਟੈਂਡਿੰਗ ਈਜ਼ੀਲੀ ਕਰ ਸਕੇ ਕਿ ਮੈਂ ਕੀ ਲਿਖਣਾ ਚਾਹੁੰਦਾ ਅਤੇ ਉਹਦੀ ਐਲੈਬੋਰੇਸ਼ਨ ਕੀ ਹੈਗੀ। ਮੈਂ ਰਾਈਟਿੰਗ ਦੇ ਵਿੱਚ ਗ੍ਰਾਮਰ ਪਾਣੀ ਸਟਾਰਟ ਕੀਤੀ ਥੋੜ੍ਹੀ। ਮੈਂ ਬਹੁਤ ਕੁਝ ਨਹੀਂ ਸਿੱਖਿਆ, ਮੈਂ ਇੰਨਾ ਕੁਝ ਸਿੱਖਿਆ। ਮੈਂ ਗ੍ਰਾਮਰ 2-4 ਪਾਈਆਂ, ਮੈਂ 2-4 ਵੋਕੈਬਲਰੀ ਸਿੱਖੀਆਂ। ਮੈਂ ਉਹਦੇ ਵਿੱਚ ਦੇਖਿਆ ਕਿ ਇਹਨੂੰ ਹੋਰ ਕਿਸੇ ਤਰੀਕੇ ਨਾਲ ਲਿਖਿਆ ਜਾ ਸਕਦਾ, ਆਪਣੀ ਹੈਂਡ ਰਾਈਟਿੰਗ ਨੂੰ ਕਿੱਦਾਂ ਇੰਪਰੂਵ ਕੀਤਾ ਜਾ ਸਕਦਾ। ਸਪੀਕਿੰਗ ਦੇ ਵਿੱਚ ਵੀ ਇੱਦਾਂ ਹੀ ਕੀਤਾ, ਮੈਂ ਥੋੜ੍ਹੀ ਜਿਹੀਆਂ ਵੋਕੈਬਲਰੀ ਪਾਈਆਂ, ਮੈਂ 5 ਈਡੀਅਮ ਸਿੱਖੇ, ਬਸ 5 ਹੀ ਸਿੱਖੇ, ਪਰ ਮੈਂ ਇਹ ਦੇਖਿਆ ਕਿ ਮੈਂ 5 ਈਡੀਅਮਸ ਨੂੰ ਕਿਸ ਤਰੀਕੇ ਨਾਲ ਯੂਜ਼ ਕਰ ਸਕਦਾ ਹੈਗਾ। ਮੈਂ 10 ਵੋਕੈਬਲਰੀ ਵਰਡ ਸਿੱਖੇ ਅਤੇ ਮੈਂ 10 ਹੀ ਵੋਕੈਬਲਰੀ ਵਰਡ ਸਿੱਖੇ, ਬਟ ਉਹ ਮੇਰੇ 10 ਵੋਕੈਬਲਰੀ ਵਰਡਸ 100 ਕੁਐਸਚਨਸ ਵਿੱਚ ਆਉਂਦੇ ਸੀ। 100 ਤੋਂ ਮੈਂ ਕਿਹਾ 1000 ਕੁਐਸਚਨਸ ਵਿੱਚ ਆਉਂਦੇ ਸੀ, ਬਟ ਉਹ 10 ਕੁਐਸਚਨ ਜਿਹੜੇ ਸੀ, 10 ਵੋਕੈਬਲਰੀ ਵਰਡਸ ਸੀ, ਉਹ ਮੈਨੂੰ ਪਤਾ ਸੀ। ਐਗਜ਼ਾਮੀਨਰ ਨੂੰ ਨਹੀਂ ਪਤਾ ਸੀ, ਮੇਰੇ ਟੀਚਰਸ ਨੂੰ ਨਹੀਂ ਪਤਾ ਸੀ, ਅਤੇ ਮੇਰੇ ਜਿਹੜੇ ਮੇਰੇ ਨਾਲ ਦੇ ਸੀ ਜਿਨ੍ਹਾਂ ਨੇ ਆਇਲਸ ਸਟਾਰਟ ਕੀਤੀ, ਉਹਨਾਂ ਨੂੰ ਨਹੀਂ ਪਤਾ ਸੀ। ਇਹ ਸਾਰੀ ਕਹਾਣੀ ਤੁਹਾਡੀ ਵੀ ਇਹ ਆ। ਮੇਰੇ ਬੈਂਡ 8 ਆਏ ਅਤੇ ਮੈਂ ਬਹੁਤ ਖੁਸ਼ ਹਾਂ। ਮੈਂ ਹੁਣ ਆਪਣੇ ਟ੍ਰੇਨਰਸ ਨੂੰ ਟੀਚ ਕਰਦਾ ਹਾਂ, ਇੰਸਟੀਟਿਊਸ਼ਨਸ ਓਪਨ ਕਰਦਾ ਹਾਂ। ਸਾਡੀ ਬਹੁਤ ਵੱਡੀ ਟੀਮ ਆ, ਅਸੀਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ, ਪੰਜਾਬ ਦੇ ਵਿੱਚ ਟੀਚ ਕਰਵਾਈਦਾ ਆ। ਮੇਰੇ ਟ੍ਰੇਨਰਸ ਮੇਰੇ ਤੋਂ ਗਾਈਡਲਾਈਨਸ ਲੈਂਦੇ ਹੈਗੇ। ਇਹਦਾ ਇਹ ਮਤਲਬ ਨਹੀਂ ਕਿ ਮੈਂ ਜੰਮਦਾ ਹੀ ਜਾਂ ਬਚਪਨ ਤੋਂ ਹੀ ਇੰਗਲਿਸ਼ ਬਹੁਤ ਵਧੀਆ ਬੋਲਦਾ ਸੀ, ਜਾਂ ਮੈਂ MA ਇੰਗਲਿਸ਼ ਵਿੱਚ ਕੀਤੀ, ਰਾਈਟ। ਇਹਦਾ ਇਹ ਮਤਲਬ ਨਹੀਂ, ਬਟ ਇਹਦਾ ਇਹ ਮਤਲਬ ਆ ਕਿ ਕੁਝ ਠਾਣਿਆ, ਕੁਝ ਦੇਖਿਆ ਕਿ ਆਇਲਸ ਕੀ ਹੁੰਦੀ ਆ, ਆਇਲਸ ਨੂੰ ਕਰਨਾ ਕਿੱਦਾਂ ਆ, ਸਪੀਕਿੰਗ ਨੂੰ ਕਿੱਦਾਂ ਇੰਪਰੂਵ ਕੀਤਾ ਜਾਂਦਾ, ਰੀਡਿੰਗ ਨੂੰ ਕਿੱਦਾਂ ਇੰਪਰੂਵ ਕੀਤਾ ਜਾਂਦਾ, ਲਿਸਨਿੰਗ ਨੂੰ ਕਿੱਦਾਂ ਇੰਪਰੂਵ ਕੀਤਾ ਜਾਂਦਾ, ਰਾਈਟਿੰਗ ਨੂੰ ਕਿੱਦਾਂ ਕਰੀਦਾ। ਹਰ ਇੱਕ ਚੀਜ਼ ਦਾ ਇੱਕ ਤਰੀਕਾ ਹੁੰਦਾ। ਉਹ ਤਰੀਕੇ ਦੇ ਨਾਲ ਅਗਰ ਤੁਸੀਂ ਸਹੀ ਤਰੀਕੇ ਨਾਲ ਚੱਲ ਪਾਓ ਤਾਂ ਤੁਹਾਡਾ ਵੀ ਐਂਡ, ਤੁਹਾਡੀ ਜਰਨੀ ਦਾ ਐਂਡ ਵਧੀਆ ਬੈਂਡਸ ਦੇ ਉੱਤੇ ਹੋਊਗਾ। ਥੈਂਕ ਯੂ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।